ਅੱਜ ਦਾ ਆਪਣਾ ਟੌਪਿਕ ਹੈ ਸਿੰਕਰੋਨਸ ਮੋਟਰ। ਸਿੰਕਰੋਨਸ ਮੋਟਰ ਤੇ ਅਲਟਰਨੇਟਰ ਦੀ ਕੰਸਟਰਕਸ਼ਨ ਐਗਜ਼ੈਕਟਲੀ ਸੇਮ ਹੈ, ਕੋਈ ਡਿਫਰੈਂਸ ਨਹੀਂ। ਸੇਮ ਮਸ਼ੀਨ ਕੈਨ ਵਰਕ ਐਜ਼ ਅਲਟਰਨੇਟਰ ਐਜ਼ ਵੈਲ ਐਜ਼ ਸਿੰਕਰੋਨਸ ਮੋਟਰ। ਬਾਕੀ ਦਾ ਜਿਹੜਾ ਡਿਫਰੈਂਸ ਹੈ ਉਹ ਆਪਾਂ ਅੱਜ ਡਿਸਕਸ ਕਰਾਂਗੇ। ਪਹਿਲਾਂ ਕਿਸ ਤਰ੍ਹਾਂ ਵਰਕ ਕਰਦੀ ਹੈ, ਵਰਕਿੰਗ ਪ੍ਰਿੰਸੀਪਲ ਆਪਾਂ ਇਹਦਾ ਡਿਸਕਸ ਕਰਾਂਗੇ। ਸਿੰਕਰੋਨਸ ਮੋਟਰ ਦੇ ਵਿੱਚ ਹੈਲੋ ਸਿੰਕਰੋਨਸ ਮੋਟਰ ਦੇ ਵਿੱਚ ਦੋ ਸਿਸਟਮ ਸਾਡੇ ਕੋਲ ਹਨ, ਫੀਲਡ ਸਿਸਟਮ ਐਂਡ ਆਰਮੇਚਰ। ਅਲਟਰਨੇਟਰ ਵਾਂਗ ਹੀ ਆਰਮੇਚਰ ਸਟੇਸ਼ਨਰੀ ਹੈ ਔਰ ਫੀਲਡ ਸਾਡਾ ਜਿਹੜਾ ਉਹ ਰੋਟੇਟ ਕਰ ਰਿਹਾ। ਇਹ ਅਸੀਂ ਆਰਮੇਚਰ ਦਿਖਾਈ ਹੈ ਜੀ, ਔਰ ਅੰਦਰ ਇਸ ਦੇ ਫੀਲਡ ਜਿਹੜਾ ਫਰੀ ਟੂ ਰੋਟੇਟ। ਤੇ ਫੀਲਡ ਇਹਦਾ ਇੱਕ ਤਰ੍ਹਾਂ ਦੇ ਨਾਲ ਪਰਮਾਨੈਂਟ ਪੋਲਸ ਹੁੰਦੇ ਨੇ, ਭਾਵੇਂ ਉਹਨੂੰ ਆਪਾਂ ਕੋਇਲ ਦੇ ਨਾਲ ਇਲੈਕਟ੍ਰੀਕਲ ਕਰੰਟ ਪਾਸ ਕਰਕੇ ਬਣਾ ਲਈਏ ਜਾਂ ਪਰਮਾਨੈਂਟ ਪੋਲ ਰੱਖ ਲਈਏ। ਦੇ ਆਰ ਪਰਮਾਨੈਂਟਲੀ ਮੈਗਨੇਟਾਈਜ਼। ਜਿੱਦਾਂ ਇਹ ਸਾਊਥ ਹੈ, ਨਾਰਥ ਹੈ, ਇਹ ਹਮੇਸ਼ਾ ਇੱਥੇ ਨਾਰਥ ਸਾਊਥ ਹੀ ਰਹੇਗਾ, ਰੋਟੇਟ ਕਰਦੇ ਰਹਿਣਗੇ। ਇੰਡਕਸ਼ਨ ਮੋਟਰ ਨਾਲੋਂ ਇਹ ਡਿਫਰੈਂਸ ਰਹੇਗਾ ਕਿ ਇਹਦੇ ਵਿੱਚ ਪੋਲ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ, ਡੀਸੀ ਸਪਲਾਈ ਦੇ ਕੇ ਪਰਮਾਨੈਂਟ ਆਪਾਂ ਨਾਰਥ ਸਾਊਥ ਪੋਲ ਬਣਾ ਲਏ ਨੇ। ਇਜ਼ ਇਟ ਓਕੇ? ਅੱਛਾ, ਹੁਣ ਸਟੇਟਰ ਨੂੰ 3 ਫੇਜ਼ ਏਸੀ ਸਪਲਾਈ ਦਿੰਦੇ ਹਾਂ ਅਸੀਂ। ਤਿੰਨ ਕੋਇਲ ਦਿਖਾਏ ਹੋਏ ਨੇ, A1 A2 B1 B2 C1 C2, ਤਿੰਨੇ ਕੋਇਲ। ਇਹਨਾਂ ਨੂੰ ਏਸੀ ਸਪਲਾਈ ਕਨੈਕਟ ਕਰਾਂਗੇ। ਏਸੀ ਸਪਲਾਈ ਜੇ ਅਸੀਂ 3 ਫੇਜ਼ ਵਾਇੰਡਿੰਗਸ ਨੂੰ ਦੇ ਦਈਏ ਜਿਹੜੀਆਂ 120 ਡਿਗਰੀ ਇਲੈਕਟ੍ਰੀਕਲ ਅਪਾਰਟ ਹੋਣ, ਤਾਂ ਉੱਥੇ ਕੀ ਹੁੰਦਾ, ਰੋਟੇਟਿੰਗ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਜਾਂਦਾ। ਇਹ ਆਪਾਂ ਪੜ੍ਹਿਆ ਸੀ। ਇਜ਼ ਇਟ ਓਕੇ? ਰੋਟੇਟਿੰਗ ਮੈਗਨੈਟਿਕ ਫੀਲਡ ਜਿਹੜਾ ਪ੍ਰੋਡਿਊਸ ਹੁੰਦਾ ਹੈ ਉਹਦੀ ਸਪੀਡ ਹੁੰਦੀ ਹੈ 120 F/P। ਇਹ ਵੀ ਆਪਾਂ ਨੇ ਪੜ੍ਹਿਆ ਆਲਰੇਡੀ, ਹੈ ਨਾ। ਰੋਟੇਟਿੰਗ ਮੈਗਨੈਟਿਕ ਫੀਲਡ 120 F/P NS ਸਿੰਕਰੋਨਸ ਸਪੀਡ ਤੇ ਚੱਲਦਾ, ਕਾਨਸਟੈਂਟ ਸਪੀਡ ਹੁੰਦੀ ਹੈ ਇਹਦੀ। ਓਕੇ। ਤੇ ਹੁਣ ਇਹ ਜਿਹੜਾ ਫੀਲਡ ਰੋਟੇਟ ਕਰ ਰਿਹਾ ਸਟੇਟਰ ਦਾ, ਸਟੇਟਰ ਨਹੀਂ ਰੋਟੇਟ ਕਰ ਰਿਹਾ, ਇਹ ਖਿਆਲ 'ਚ ਰੱਖਣਾ। ਸਟੇਟਰ ਇਜ਼ ਆਲਵੇਜ਼ ਸਟੇਸ਼ਨਰੀ, ਬਟ ਦ ਮੈਗਨੈਟਿਕ ਫੀਲਡ ਪ੍ਰੋਡਿਊਸਡ ਬਾਈ ਸਟੇਟਰ ਰੋਟੇਟਸ ਇਨ ਸਪੇਸ। ਤਾਂ ਜਦੋਂ ਇਹ ਸਪੇਸ ਦੇ ਵਿੱਚ ਰੋਟੇਟ ਕਰੇਗਾ ਤਾਂ ਇਸ ਜਗ੍ਹਾ ਤੇ ਫੀਲਡ ਸਾਡਾ ਰੋਟੇਟ ਕਰ ਰਿਹਾ ਮੈਗਨੈਟਿਕ ਲਾਈਨਸ, ਤਾਂ ਕੀ ਕਰੇਗਾ, ਰੋਟਰ ਨੂੰ ਆਪਣੇ ਪਿੱਛੇ ਪਿੱਛੇ ਅਟਰੈਕਟ ਕਰੇਗਾ। ਰੋਟਰ ਨੂੰ ਅਟਰੈਕਟ ਕਰੇਗਾ ਤੇ ਕਿੱਧਰਲੇ ਪਾਸੇ ਨੂੰ ਟਾਰਕ ਪ੍ਰੋਡਿਊਸ ਹੋਏਗੀ। ਮੰਨ ਲਓ ਆਹ ਸਾਡਾ ਸਟੇਟਰ ਦਾ ਫੀਲਡ ਹੈ, ਆ ਜਿਹੜਾ ਨਾਰਥ ਪੋਲ ਆਪਾਂ ਇੱਥੇ ਦਿਖਾਇਆ ਹੋਇਆ, ਇਹ ਸਾਡਾ ਆਹ ਡਾਇਰੈਕਸ਼ਨ ਹੈਗੀ ਹੈ ਜਿਹੜੀ ਇਹ ਸਟੇਟਰ ਦੇ ਫੀਲਡ ਦੀ ਹੈ, ਐਂਟੀ ਕਲੌਕਵਾਈਜ਼। ਤਾਂ ਰੋਟਰ ਵੀ ਕਿੱਧਰ ਨੂੰ ਟਰਾਈ ਕਰੇਗਾ ਚੱਲਣ ਦੀ, ਐਂਟੀ ਕਲੌਕਵਾਈਜ਼। ਠੀਕ ਹੈ, ਪਿੱਛੇ ਪਿੱਛੇ ਟਰਾਈ ਕਰੇਗਾ। ਇਹਦਾ ਸਾਊਥ ਹੈ ਇੱਥੇ, ਇਹਦਾ ਨਾਰਥ ਹੈ, ਅਟਰੈਕਟ ਕਰਨਗੇ ਆਪੋਜਿਟ ਪੋਲਸ, ਤਾਂ ਪ੍ਰੋਡਿਊਸ ਕਰੇਗਾ ਐਂਟੀ ਕਲੌਕਵਾਈਜ਼ ਟਾਰਕ। ਇਜ਼ ਇਟ ਓਕੇ? ਲੇਕਿਨ ਇੱਕ ਪ੍ਰੋਬਲਮ ਆਏਗੀ ਕਿ ਉਹ ਆਪਾਂ ਡਿਸਕਸ ਕਰਦੇ ਹਾਂ ਨੈਕਸਟ ਪੇਜ ਤੇ, ਕਿ ਰੋਟਰ ਸਾਡਾ ਕੰਟੀਨਿਊਸਲੀ ਉਹਦੇ ਪਿੱਛੇ ਪਿੱਛੇ ਰੋਟੇਟ ਨਹੀਂ ਕਰ ਸਕਦਾ। ਰੀਜ਼ਨ ਆਪਾਂ ਨੇ ਸਮਝਣਾ ਹੈ। ਜਿਹੜਾ ਰੋਟਰ ਹੈ ਇਹਦਾ ਆਪਣਾ ਕੋਈ ਵੇਟ ਹੈ, ਮਕੈਨੀਕਲ ਪਾਰਟ ਹੈ। ਰੋਟਰ ਦਾ ਆਪਣਾ ਵੇਟ ਹੈ, ਮਕੈਨੀਕਲ ਪਾਰਟ ਹੈ, ਤਾਂ ਇਨਰਸ਼ੀਆ ਵੀ ਹੋਏਗਾ। ਇੱਕਦਮ ਕੋਈ ਚੀਜ਼ ਫੁੱਲ ਸਪੀਡ ਤੇ ਨਹੀਂ ਨਾ ਚੱਲਣ ਲੱਗ ਸਕਦੀ। ਜਿੱਦਾਂ ਸਿੰਕਰੋਨਸ ਸਪੀਡ ਤਾਂ ਆਪਣੀ ਮੰਨ ਲਓ 1500 RPM ਹੈ, ਇੱਕਦਮ ਇਹ ਵਿਦਨ ਫਰੈਕਸ਼ਨ ਆਫ ਸੈਕਿੰਡ 1500 RPM ਤੇ ਰੋਟੇਟ ਤਾਂ ਨਹੀਂ ਕਰਨ ਲੱਗ ਸਕਦਾ ਇਨਰਸ਼ੀਆ ਕਰਕੇ। ਆਪਾਂ ਕੋਈ ਵੀ ਰੋਟੇਸ਼ਨ ਵਾਲੀ ਚੀਜ਼ ਦੇਖੀਏ, ਆਪਣੇ ਵਹੀਕਲਸ ਨੇ, ਉਹ ਇੱਕਦਮ ਪੂਰੀ ਸਪੀਡ ਤੇ ਨਹੀਂ ਜਾਂਦੇ, ਉਹਦੇ ਵਿੱਚ ਐਕਸਲਰੇਸ਼ਨ ਹੁੰਦੀ ਹੈ। ਹੌਲੀ ਹੌਲੀ ਉਹ ਸਟਾਰਟ ਹੋ ਕੇ ਫੇਰ ਸਪੀਡ ਪਕੜਦੇ ਆ, ਰਾਈਟ। ਤਾਂ ਇਸੇ ਵਜ੍ਹਾ ਕਰਕੇ ਹੁਣ ਇਹ ਜਿਹੜਾ ਮੈਗਨੈਟਿਕ ਫੀਲਡ ਹੈ ਇਹਨੂੰ ਕੋਈ ਮਕੈਨੀਕਲ ਆਪੋਜੀਸ਼ਨ ਹੈ ਨਹੀਂ, ਮਕੈਨੀਕਲ ਆਪੋਜੀਸ਼ਨ ਇਹਨੂੰ ਕੋਈ ਨਹੀਂ ਹੈ।
ਇਹਨੂੰ ਤਾਂ ਕੋਈ ਫ੍ਰਿਕਸ਼ਨ ਨਹੀਂ ਮਿਲਦਾ, ਇਹਨੇ ਇਨਸਟੈਂਟਲੀ ਸਿੰਕਰੋਨਸ ਸਪੀਡ ਤੇ ਚੱਲਣ ਲੱਗ ਜਾਣਾ, ਰਾਈਟ। ਇਹਨੂੰ ਕਿੰਨਾ ਟਾਈਮ ਲੱਗਣਾ ਇੱਕ ਚੱਕਰ ਲਗਾਉਣ ਲਈ? ਜੇ ਸਾਡੇ ਕੋਲੇ ਸਪੀਡ 1500 RPM ਹੈ ਤਾਂ ਇਹ 1 ਸੈਕਿੰਡ ਦੇ ਵਿੱਚ 50 ਚੱਕਰ ਕੱਢਦਾ ਹੈ ਨਾ, ਤਾਂ ਟਾਈਮ ਕਿੰਨਾ ਲੱਗਿਆ? 0.02 ਸੈਕਿੰਡ, ਵੈਰੀ ਸਮਾਲ ਟਾਈਮ, ਠੀਕ। 0.02 ਸੈਕਿੰਡ ਦੇ ਵਿੱਚ ਸਟੇਟਰ ਦਾ ਫੀਲਡ ਇੱਥੋਂ ਚੱਲ ਕੇ ਵਾਪਸ ਇੱਥੇ ਆ ਜਾਏਗਾ, ਪਰ ਰੋਟਰ ਦਾ ਨਹੀਂ ਆ ਸਕਦਾ ਇੰਨੇ ਸ਼ਾਰਟ ਟਾਈਮ 'ਚ, ਕਿਉਂਕਿ ਰੋਟਰ ਜਿਹੜਾ ਉਹ ਮਕੈਨੀਕਲ ਪਾਰਟ ਹੈ, ਉਹਨੇ ਰੋਟੇਟ ਕਰਨਾ ਫਿਜ਼ੀਕਲੀ, ਰਾਈਟ। ਤਾਂ ਕੀ ਹੋਏਗਾ ਫਿਰ? ਆ ਸੈਕੰਡ ਡਾਇਗਰਾਮ 'ਚ ਦੇਖੋ, ਹਾਫ ਸਾਈਕਲ ਬਾਅਦ ਸਟੇਟਰ ਦਾ ਫੀਲਡ ਤਾਂ ਇੱਥੇ ਨਾਰਥ ਸੀਗਾ ਜਿੱਥੇ ਹੁਣ ਪੁਆਇੰਟਰ ਹੈਗਾ, ਇੱਥੇ ਸਾਊਥ ਆ ਜਾਏਗਾ ਹਾਫ ਸਾਈਕਲ ਬਾਅਦ। ਇਹਦਾ ਸਾਊਥ ਅਜੇ ਇੱਥੋਂ ਸਟਾਰਟ ਹੀ ਕਰਨ ਦੀ ਕੋਸ਼ਿਸ਼ ਸ਼ੁਰੂ ਹੀ ਕਰੇਗਾ, ਜਦ ਨੂੰ ਇਹ ਇੱਥੇ ਸਾਊਥ ਆ ਗਿਆ, ਇਹਨੂੰ ਰਿਪੈਲ ਕਰਕੇ ਟਾਰਕ ਐਂਟੀ ਕਲੌਕਵਾਈਜ਼ ਦੀ ਜਗ੍ਹਾ ਕਲੌਕਵਾਈਜ਼ ਹੋ ਜਾਏਗੀ। ਅਗਲੇ ਸਾਈਕਲ 'ਚ ਜਦੋਂ ਹਾਫ ਸਾਈਕਲ ਫਿਰ ਕੰਪਲੀਟ ਕਰਤਾ, ਫਿਰ ਇਹਦੇ 'ਚ ਐਂਟੀ ਕਲੌਕਵਾਈਜ਼ ਟਾਰਕ, ਫਿਰ ਹਾਫ ਸਾਈਕਲ ਬਾਅਦ ਕਲੌਕਵਾਈਜ਼, ਫਿਰ ਹਾਫ ਸਾਈਕਲ ਬਾਅਦ ਕਲੌਕਵਾਈਜ਼ ਐਂਟੀ ਕਲੌਕਵਾਈਜ਼, ਹਰੇਕ 0.02 ਸੈਕਿੰਡ ਬਾਅਦ ਟਾਰਕ ਜਿਹੜੀ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਪ੍ਰੋਡਿਊਸ ਹੋ ਰਹੀ ਹੈ। ਤਾਂ ਟਾਰਕ ਕੀ ਹੈ? ਬਾਈ ਡਾਇਰੈਕਸ਼ਨਲ। ਤਾਂ ਰੋਟਰ ਸਾਡਾ ਜਿੱਥੇ ਖੜਾ ਉੱਥੇ ਹੀ ਵਾਈਬਰੇਟ ਕਰਦਾ ਰਹੇਗਾ, ਘੁੰਮੇਗਾ ਨਹੀਂ। ਸਟਾਰਟ ਜਦੋਂ ਸ਼ੁਰੂ ਕਰੇਗਾ ਐਂਟੀ ਕਲੌਕਵਾਈਜ਼, ਜਦ ਨੂੰ ਕਲੌਕਵਾਈਜ਼ ਟਾਰਕ ਪ੍ਰੋਡਿਊਸ ਹੋ ਜਾਏਗੀ, ਕਲੌਕਵਾਈਜ਼ ਸਟਾਰਟ ਕਰਨ ਦੀ ਕੋਸ਼ਿਸ਼ ਕਰੇਗਾ, ਜਦ ਨੂੰ ਐਂਟੀ ਕਲੌਕਵਾਈਜ਼ ਹੋ ਜਾਏਗੀ। ਔਰ ਸਾਡਾ ਰੋਟਰ ਜਿਹੜਾ ਉਹ ਇੱਕੋ ਹੀ ਜਗ੍ਹਾ ਤੇ ਇਸ ਤਰ੍ਹਾਂ ਮਾਮੂਲੀ ਜਾਂ ਵਾਈਬ੍ਰੇਸ਼ਨਸ ਤਾਂ ਦੇਗਾ ਜਿੱਦਾਂ ਕੰਮ ਰਿਹਾ ਹੁੰਦਾ, ਲੇਕਿਨ ਰੋਟੇਟ ਨਹੀਂ ਕਰੇਗਾ। ਇਜ਼ ਇਟ ਓਕੇ? ਤਾਂ ਇਸ ਕਰਕੇ ਅਸੀਂ ਕਨਕਲੂਜਨ ਕੀ ਕੱਢਿਆ ਕਿ ਟਾਰਕ ਪ੍ਰੋਡਿਊਸਡ ਹੈ ਜਿਹੜੀ ਉਹ ਬਾਈ ਡਾਇਰੈਕਸ਼ਨ ਹੈ, ਇਸ ਕਰਕੇ ਮੋਟਰ ਸੈਲਫ ਸਟਾਰਟ ਨਹੀਂ ਹੋ ਸਕਦੀ। ਕਹਿ ਸਕਦੇ ਹਾਂ ਕਿ ਸਿੰਕਰੋਨਸ ਮੋਟਰ ਇਜ਼ ਨਾਟ ਏ ਸੈਲਫ ਸਟਾਰਟਿੰਗ ਮੋਟਰ, ਰਾਈਟ। ਸਮਝ ਆ ਗਈ ਨਹੀਂ ਗੱਲ ਦੀ? ਫਿਰ ਸਮਝ ਲਓ, 3 ਫੇਜ਼ AC ਸਪਲਾਈ ਅਸੀਂ ਦਿੰਦੇ ਹਾਂ ਸਟੇਟਰ ਨੂੰ, ਰੋਟੇਟਿੰਗ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਜਿਹੜਾ ਸਿੰਕਰੋਨਸ ਸਪੀਡ ਤੇ ਰੋਟੇਟ ਕਰਦਾ ਹੈ, ਰੋਟਰ ਨੂੰ ਆਪਣੇ ਪਿੱਛੇ ਅਟਰੈਕਟ ਕਰਨ ਦੀ ਟਰਾਈ ਵੀ ਕਰਦਾ ਹੈ, ਪਰ ਰੋਟਰ ਇਨਰਸ਼ੀਆ ਹੋਣ ਕਰਕੇ ਇੱਕਦਮ ਡਿਊ ਟੂ ਇਨਰਸ਼ੀਆ ਰੋਟਰ ਕੈਨ ਨਾਟ ਪਿਕ ਅਪ ਸਪੀਡ। ਤਾਂ ਫਿਰ ਜਦ ਤੱਕ ਇਹ ਸਟੇਟਰ ਦਾ ਜਿਹੜਾ ਨਾਰਥ ਪੋਲ ਹੈ ਇਹ ਘੁੰਮ ਕੇ ਇੱਥੇ ਚਲੇ ਜਾਂਦਾ ਆ, ਸਾਊਥ ਵਾਲਾ ਘੁੰਮ ਕੇ ਇੱਥੇ ਆ ਜਾਂਦਾ, ਉਦੋਂ ਤੱਕ ਰੋਟਰ ਤਾਂ ਜੇ ਸਟਾਰਟ ਕਰਨ ਦੇ ਜਸਟ ਟੈਂਡ ਟੂ ਸਟਾਰਟ ਹੀ ਹੁੰਦਾ ਹੈ, ਇੱਥੇ ਹੀ ਹੁੰਦਾ ਹੈ ਜੀ, ਰਾਈਟ। ਉਦੋਂ ਤੱਕ ਦੂਸਰਾ ਪੋਲ ਆਪੋਜਿਟ ਆ ਜਾਂਦਾ ਤਾਂ ਦੂਸਰੇ ਪਾਸੇ ਨੂੰ ਫੋਰਸ ਲੱਗ ਜਾਂਦਾ ਐਂਡ ਸੋ ਆਨ। ਤਾਂ ਰੋਟਰ ਜਿਹੜਾ ਉਹ ਸਟਾਰਟ ਨਹੀਂ ਹੁੰਦਾ, ਮੋਟਰ ਇੱਕ ਗੂੰਜ ਕਰੇਗੀ, ਵਾਈਬਰੇਟ ਕਰੇਗਾ ਰੋਟਰ, ਤਾਂ ਮੋਟਰ ਸਾਡੀ ਸੈਲਫ ਸਟਾਰਟਿੰਗ ਨਹੀਂ ਹੈ। ਤਾਂ ਫਿਰ ਇਹਨੂੰ ਸਟਾਰਟ ਕਰਨ ਲਈ ਕੋਈ ਅਲੱਗ ਤੋਂ ਤਰੀਕੇ ਲਗਾਉਣੇ ਪੈਂਦੇ ਆ, ਉਹ ਆਪਾਂ ਅਗਲੇ ਲੈਕਚਰ 'ਚ ਕਿਤੇ ਪੜਾਂਗੇ ਇਹਨੂੰ ਸਟਾਰਟ ਕਿਵੇਂ ਕਰਦੇ। ਓਕੇ, ਹਾਲੇ ਆਪਾਂ ਇਹ ਸਮਝ ਲਿਆ ਕਿ ਮੋਟਰ ਸੈਲਫ ਸਟਾਰਟਿੰਗ ਨਹੀਂ ਹੈ, ਠੀਕ ਹੈ। ਓਕੇ, ਤਾਂ ਹੁਣ ਜੇ ਅਸੀਂ ਰੋਟਰ ਨੂੰ ਕਿਸੇ ਤਰੀਕੇ ਰੋਟੇਟ ਕਰ ਦਈਏ ਬਾਈ ਸਮ ਐਕਸਟਰਨਲ ਮੀਨਸ, ਮੰਨ ਲਓ ਹੱਥ ਨਾਲ ਹੀ ਉਹਨੂੰ ਘੁਮਾ ਦਈਏ, ਜਿੱਦਾਂ ਆਪਾਂ ਸਿੰਗਲ ਫੇਸ ਮੋਟਰ ਦੇ ਵਿੱਚ ਕਰਦੇ ਹਾਂ, ਜੇ ਉਹਨੂੰ ਹੱਥ ਨਾਲ ਘੁਮਾ ਦਈਏ, ਇੱਕੋ ਬਾਈਂਡਿੰਗ ਨੂੰ ਸਪਲਾਈ ਦਿੱਤੀ ਹੋਵੇ, ਚੱਲ ਪੈਂਦੀ ਆ ਉਹ। ਤਾਂ ਰੋਟਰ ਨੂੰ ਅਸੀਂ ਰੋਟੇਟ ਕਰ ਦਈਏ ਕਿਸੇ ਐਕਸਟਰਨਲ ਮੀਨਸ ਨਾਲ, ਕਿਸੇ ਤਰੀਕੇ ਦੇ ਨਾਲ, ਜਾਂ ਮੰਨ ਲਓ ਕੋਈ ਹੋਰ ਮੋਟਰ ਦੀ ਸ਼ਾਫਟ ਦੇ ਨਾਲ ਦੀ ਸ਼ਾਫਟ ਲਾਤੀ, ਉਹ ਮੋਟਰ ਚਲਾ ਕੇ ਇਹਨੂੰ ਸਟਾਰਟਿੰਗ ਦੇ ਦਿੱਤੀ, ਉਹ ਤੋਂ ਬਾਅਦ ਫਿਰ ਜੇ ਇੱਕ ਵਾਰ ਅਸੀਂ ਉਹਨੂੰ ਸਟਾਰਟ ਕਰਤਾ ਫਿਰ ਤਾਂ ਇਨਰਸ਼ੀਆ ਦਾ ਕੋਈ ਚੱਕਰ ਨਹੀਂ ਹੈ, ਫਿਰ ਤਾਂ ਸਪੀਡ ਪਿਕਅਪ ਕਰ ਲਈ, ਫਿਰ ਉਹ ਚੱਲਦਾ ਰਹੇ। ਜਿਟ ਓਕੇ? ਤਾਂ ਸਪੋਜ਼ ਕਰ ਲਓ ਵੀ ਅਗਰ ਅਸੀਂ ਇਹਨੂੰ ਰੋਟੇਟ ਕਰ ਦਿੱਤਾ ਕਿਸੇ ਇੱਕ ਡਾਇਰੈਕਸ਼ਨ 'ਚ, ਕਿਹੜੀ ਡਾਇਰੈਕਸ਼ਨ 'ਚ ਕਰਾਂਗੇ? ਜਿਹੜੀ ਡਾਇਰੈਕਸ਼ਨ 'ਚ ਰੋਟੇਟਿੰਗ ਮੈਗਨੈਟਿਕ ਫੀਲਡ ਚੱਲ ਰਿਹਾ ਉਸੇ ਡਾਇਰੈਕਸ਼ਨ 'ਚ ਅਸੀਂ ਇਹਨੂੰ ਰੋਟੇਟ ਕਰ ਦਿਆਂਗੇ, ਤਾਂ ਫਿਰ ਕੰਟੀਨਿਊਸਲੀ ਸਾਡੀ ਮੋਟਰ ਜਿਹੜੀ ਹੈ ਉਹ ਰੋਟੇਟ ਕਰਦੀ ਰਹੇਗੀ, ਫਿਰ ਫੋਰਸ ਬਣਿਆ ਰਹੇਗਾ। ਔਰ ਫਿਰ ਕਿੰਨੇ ਸਪੀਡ ਤੇ ਚੱਲੇਗਾ ਰੋਟਰ ਸਾਡਾ? ਸਟੇਟਰ ਦੀ ਸਪੀਡ ਕਿੰਨੀ ਹੈ? ਸਿੰਕਰੋਨਸ ਸਪੀਡ, ਠੀਕ ਹੈ। ਤਾਂ ਰੋਟਰ ਦੀ ਸਪੀਡ ਕਿੰਨੀ ਹੋਏਗੀ ਉਹਦੇ ਪਿੱਛੇ ਪਿੱਛੇ ਨਾਲ ਹੀ? ਸਿੰਕਰੋਨਸ ਸਪੀਡ। ਕਿਉਂਕਿ ਜੇ ਪਿੱਛੇ ਰਹਿ ਗਿਆ ਇਹਦੇ ਤੋਂ ਫਿਰ ਤਾਂ ਨਾਰਥ ਸਾਊਥ 'ਚ ਅਟਰੈਕਸ਼ਨ ਖਤਮ ਹੋ ਜਾਏਗਾ ਇਹਦਾ, ਫਿਰ ਤਾਂ ਜਿਹੜਾ ਮੋਟਰ ਸਾਡੀ ਬੰਦ ਹੋ ਜਾਏਗੀ, ਠੀਕ ਹੈ। ਤਾਂ ਇਹ ਯਾਦ ਰੱਖਣਾ ਹੈ, ਜਿਹੜੀ ਸਿੰਕਰੋਨਸ ਮੋਟਰ ਹੈ ਇਹ ਕਾਂਸਟੈਂਟ ਸਪੀਡ ਮੋਟਰ ਹੈ, ਔਰ ਹਮੇਸ਼ਾ ਇਹਦਾ ਰੋਟਰ ਕਿਹੜੀ ਸਪੀਡ ਤੇ ਚੱਲਦਾ ਹੈ? ਸਿੰਕਰੋਨਸ ਸਪੀਡ ਤੇ, ਠੀਕ ਹੈ। ਦ ਮੋਟਰ ਰਨਸ ਆਲਵੇਜ਼ ਐਟ ਸਿੰਕਰੋਨਸ ਸਪੀਡ, ਇਹ ਕਾਂਸਟੈਂਟ ਸਪੀਡ ਮੋਟਰ ਹੈ, ਇਹਦੀ ਸਪੀਡ ਬਿਲਕੁਲ ਵੀ ਵੱਧ ਘੱਟ ਨਹੀਂ ਹੁੰਦੀ, ਲੋਡ ਪਾਈ ਜਾਈਏ ਕੁਛ ਕਰੀ ਜਾਈਏ ਇਹਦੀ ਸਪੀਡ ਸੇਮ ਰਹੇਗੀ, ਪ੍ਰੋਵਾਈਡਡ
कि फ्रीकुएंसी चेंज ना हो, क्योंकि सिंक्रोनस स्पीड का फार्मूला 120 F/P। जे F चेंज करांगे फिर तो स्पीड चेंज होएगी, अदरवाइज नहीं होगी। तो जनरली फ्रीकुएंसी अपनी कॉन्सटेंट होंगी है 50 हर्ट्ज, इस करके मोटर जी कि स्पीड से चलेगी, कॉन्सटेंट स्पीड। ओके, तो स्टेटर ते रोटर के जोड़े पोल ने वो आपस में ही अट्रैक्शन रखते हैं, तो उन्होंने असीं मैगनैटिक लॉकिंग कह दें कि मैगनैटिकली लॉक होए हुए ने स्टेटर का तो रोटर का पोल, जिहड़ी स्पीड से स्टेटर के पोल रोटेट कर रहे उस स्पीड से रोटर के पोल रोटेट कर, राइट। तो कंटीन्यूस टॉर्क प्रोड्यूस हो जाएगी तो मोटर साडी रोटेट करती रहेगी। तो रोटर स्पीड हमेशा कितनी होंगी है, इक्वल टू सिंक्रोनस स्पीड, रोटेटिंग फील्ड की जिहड़ी स्पीड। पहला आपने कढ़िया सीगा भी जे साडी मोटर की है सैल्फ स्टार्टिंग नहीं है, पहला आपने ये फैक्ट फाइंड आउट किया सी, ये करैक्टरिस्टिक भी है मोटर का एक, कि सैल्फ स्टार्टिंग नहीं हैगी। दूसरा, जे असीं इहनूं किसी तरीके स्टार्ट कर लीए फिर ये किहड़ी स्पीड ते चलदी है, सिंक्रोनस स्पीड या कॉन्सटेंट स्पीड ते। ये दो चीज़ां हुण आपां ने ये समझ लैणी है मोटर के बारे। ओके, कोई डाउट किसी का इहदे चों? फिर आपां नहीं तो नैक्सट स्लाइड ते चलदे हां। अगला है भी असीं मोटर नूं जदों लोड पाउणा है फिर मोटर का बिहेवियर किदां दा होएगा लोड दे उत्ते। नो लोड ते पहलां डिस्कस करदे हां। लोड तो पहलां नो लोड ते EMF इंड्यूस्ड वोल्टेज के बराबर हुंदा, जिस तरह इत्थे वैक्टर डायग्राम च दिखाया होया, जिन्नी वोल्टेज आपां मोटर नूं देंगे उहदे एग्जैक्टली आपोजिट, क्योंकि लेंजिज लॉ कहंदा EMF इंड्यूस अपने कॉज नूं अपोज करदा, EMF इंड्यूस्ड एग्जैक्टली आपोजिट एंड इक्वल होएगा वोल्टेज दे। पर कंडीशन किहड़ी है ये, जे लॉसिज निगलैक्ट करदी, मान लीए कि मोटर दे विच कोई लॉस नहीं हो रहा, तो आ आइडियल कंडीशन बनेगी। EMF काहदे विच इंड्यूस होना है, आर्मेचर वाइंडिंग्स दे विच। क्यों? क्योंकि आ जिहड़ा रोटर का मैगनैटिक फील्ड रोटेट हो रहा है, इहदा फ्लक्स जिहड़ा कट करेगा आर्मेचर कंडक्टर्स नूं, और उन्हां च EMF इंड्यूस होएगा, और वो EMF इंड्यूस अपने कॉज नूं अपोज करेगा। कॉज की है उहदा, इहदी रोटेशन। तो फिर ये वोल्टेज तो उल्ट वोल्टेज करके रोटेटिंग फील्ड प्रोड्यूस होया, रोटेटिंग फील्ड ने रोटर नूं रोटेट किया, सारे का कॉज की बनया, प्राइमरी वोल्टेज। तो फिर EMF इंड्यूस्ड वोल्टेज नूं अपोज करेगा, तो E जिहड़ा वो एग्जैक्टली इक्वल एंड अपोजिट टू वोल्टेज होएगा, दोनों च एंगल 180 डिग्री। तो जे दोनों बराबर हो जाए तो रिजल्टेंट वोल्टेज कितनी होएगी? हेलो, रिजल्टेंट वोल्टेज कितनी होएगी जे दो वोल्टेज इक्वल एंड अपोजिट आप कनैक्ट कर दिए? रिजल्टेंट वोल्टेज कितनी होई? आ दो वैक्टर ने, एक वैक्टर इधर नूं है जिन्ना इधर नूं है, दूजा वैक्टर अपोजिट है, रिजल्टेंट कितना होएगा? 0 0। तो रिजल्टेंट EMF 0 है, इस करके करंट भी मोटर ड्रॉ नहीं करेगी, करंट मोटर नहीं ड्रॉ करेगी। तो मोटर की इस कंडीशन में असीं कहने द मोटर इज फ्लोटिंग ऑन लाइन्स, ना ये करंट सप्लाई कर रही है मशीन, ना करंट रिसीव कर रही है। ओके, हाँ, पर ये आइडियल कंडीशन है, इदा आम करके हुंदा नहीं है। तो हुंदा की है, आप हुण वो डिस्कस करते हैं कि जे लॉसिज कंसिडर कर लीए असीं फिर की होएगा। जे लॉसिज कंसिडर कर लीए लेकिन मोटर हले नो लोड ते ही है, अजे आप लोड नहीं पाया, मोटर अजे नो लोड ते ही है, पर लॉसिज कंसिडर कर लीए तो की होएगा? देखो समझो, लॉसिज का मतलब की है, एक तो ये भी पहली कंडीशन च आपां कंसिडर किया सी भी जिथे इहदा नॉर्थ चल रहा आर स्टेटर का, उत्थे ही साउथ का साउथ चल रहा रोटर का, पर ये बराबर चल सकते कदे? वो तो आइडियल कंडीशन है, नहीं चल सकते, क्योंकि फिर उन्हें अट्रैक्शन नहीं रहनी, जो सामने सामने आ गए सेम लाइन च, अलाइनमेंट ऑफ मैग्नैटिक फील्ड करके टॉर्क प्रोड्यूस होंगी है ना। तो रोटर थोड़ा जा पिछे रह के चलेगा। आज मैं थोड़ा जा एंगल बनाता ना, इहदा ए फील्ड हो गया साडा रोटर का, आ फील्ड हो गया स्टेटर का, ये एंगल बन गया, इनू लोड एंगल कहते डेल्टा 0। तो थोड़ा जा रोटर पिछे चलेगा लेकिन स्पीड सेम होएगी, इस गल समझ लेना। जिदा अपने को मोटरसाइकिल के दो व्हील ने, एक अगला व्हील है एक पिछला व्हील है, स्पीड तो सेम तो चलते हैं, पर एक अगे चल रहा है एक पिछे चल रहा है, राइट। तो ये भी स्टेटर की स्पीड भी उन्नी, रोटर की स्पीड भी उन्नी, पर स्टेटर के पोल नालों रोटर के पोल थोड़े जे पिछे रह के चलणगे,
ਔਰ ਇਹ ਐਂਗਲ ਨੂੰ ਅਸੀਂ ਕਹਾਂਗੇ ਲੋਡ ਐਂਗਲ। ਕਲੀਅਰ? ਇਹ ਲੋਡ ਐਂਗਲ ਬਹੁਤ ਛੋਟਾ ਹੋਏਗਾ, नो लोड ਤੇ ਇਹ ਐਂਗਲ ਵੈਰੀ ਸਮॉल ਹੋਏਗਾ। डेल्टा 0 इज वेरी स्मॉल एट नो लोड। ਤਾਂ ਫਿਰ ਜੇ ਇਹ ਪਿੱਛੇ ਰਹਿ ਕੇ ਚੱਲੇਗਾ ਤਾਂ EMF ਇੰਡਿਊਸਡ ਵੀ ਫਿਰ 180 ਡਿਗਰੀ ਤੇ ਨਾ ਹੋ ਕੇ ਇੰਨੇ ਐਂਗਲ ਨਾਲ ਹੀ ਪਿੱਛੇ ਰਹਿ ਜਾਏਗਾ। ਪਹਿਲਾਂ 180 ਡਿਗਰੀ ਤੇ ਸੀ, ਆ ਜਿੱਥੇ ਡਾਟਡ ਲਾਈਨ ਦਿਖਾਈ ਹੈ ਇੱਥੇ ਸੀ ਆਪਣਾ EMF। ਹੁਣ ਇਹ 180 ਤੋਂ ਘੱਟ ਐਂਗਲ ਤੇ ਇੰਡਿਊਸ ਹੋਏਗਾ, ਵੋਲਟੇਜ ਨਾਲੋਂ 180 ਡਿਗਰੀ ਤੋਂ ਘੱਟ ਐਂਗਲ ਤੇ ਪਿੱਛੇ ਚੱਲੇਗਾ, ਲੈਗ ਕਰੇਗਾ। ਠੀਕ, ਜੇ ਘੱਟ ਐਂਗਲ ਤੇ ਕਰੇਗਾ ਤਾਂ ਹੁਣ ਇਹ ਦੋਨੋਂ ਵੈਕਟਰ 180 ਤੋਂ ਘੱਟ ਡਿਗਰੀ ਦੇ ਐਂਗਲ ਤੇ ਨੇ, ਤਾਂ ਇਹਨਾਂ ਦਾ ਰਿਜ਼ਲਟੈਂਟ ਦੋਨਾਂ ਦਾ ਆਪਾਂ ਨੇ ਵੈਕਟਰ ਡਾਇਗਰਾਮ ਤੋਂ ਬਣਾ ਲਿਆ, ER ਰਿਜ਼ਲਟੈਂਟ ਵੋਲਟੇਜ ਆ ਜਾਏਗੀ। ਇਹ ਰਿਜ਼ਲਟੈਂਟ ਵੋਲਟੇਜ ਕੀ ਕਰੇਗੀ? ਕਰੰਟ ਸਰਕੂਲੇਟ ਕਰੇਗੀ, नो लोड करंट I0, नो लोड करंट I0, राइट। ਰਿਜ਼ਲਟੈਂਟ ਵੋਲਟੇਜ ER ਕ੍ਰੀਏਟ ਹੋਗੀ, ਇਹਨੇ नो लोड करंट ਕ੍ਰੀਏਟ ਕਰਤਾ। ਉਹਦਾ ਫਾਰਮੂਲਾ ਕੀ ਹੋਏਗਾ? ਰਿਜ਼ਲਟੈਂਟ EMF ਡਿਵਾਈਡ ਬਾਈ ਇੰਪੀਡੈਂਸ, ਸਿੰਕਰੋਨਸ ਇੰਪੀਡੈਂਸ ਜਿਹੜਾ ਆਪਾਂ ਪਿੱਛੇ ਪੜਿਆ ਸੀ। ਤਾਂ ਸਿੰਕਰੋਨਸ ਇੰਪੀਡੈਂਸ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਵੀ ਰੈਜ਼ਿਸਟੈਂਸ ਬਹੁਤ ਘੱਟ ਹੁੰਦਾ ਹੈ, ਰੈਜ਼ਿਸਟੈਂਸ ਇਜ਼ ਵੈਰੀ ਸਮਾਲ ਐਜ਼ ਕੰਪੇਅਰ ਟੂ ਰਿਐਕਟੈਂਸ, ਇਸ ਕਰਕੇ ਅਪਰੋਕਸੀਮੇਟਲੀ 90 ਡਿਗਰੀ ਲੈਗ ਕਰੇਗਾ, ਰਾਈਟ। ਤਾਂ ਇੱਥੋਂ ER ਤੋਂ 90 ਡਿਗਰੀ ਤਕਰੀਬਨ ਪਿੱਛੇ 89 90 ਡਿਗਰੀ ਆ I0 ਆਏਗਾ। ਆ ਐਂਗਲ ਜਿਹੜਾ ਕਿੰਨਾ ਹੋਏਗਾ? ਨੀਅਰਲੀ 90 ਡਿਗਰੀ ਬਿਟਵੀਨ ER ਐਂਡ I0। ਓਕੇ, ਤਾਂ V ਐਂਡ I0 ਦੇ ਵਿੱਚ ਜਿਹੜਾ ਐਂਗਲ ਹੈ ਇਹ ਹੈ φ0, ਇਹ ਪਾਵਰ ਫੈਕਟਰ ਐਂਗਲ ਹੈ, ਇਹ ਮੋਟਰ ਦਾ ਪਾਵਰ ਫੈਕਟਰ ਹੋਏਗਾ। ਇਹਦਾ cos ਜਿਹੜਾ cos ਆਫ φ0 ਕੀ ਹੋਏਗਾ? ਮੋਟਰ ਦਾ ਪਾਵਰ ਫੈਕਟਰ। ਤੇ ਇਹਦੇ ਜਿਹੜੀ ਪਾਵਰ ਇਹਦੇ ਕਰਕੇ ਕਰੰਟ ਕਰਕੇ ਹੋਈ VI0 cos φ0, ਇਹ ਬਰਾਬਰ ਹੋਏਗੀ ਲੌਸਸ ਇਨ ਦਾ ਮੋਟਰ, ਕਿਉਂਕਿ ਆਊਟਪੁੱਟ ਤਾਂ ਮੋਟਰ ਦਾ ਹਾਲੇ ਹੈ ਨਹੀਂ, ਆਪਾਂ ਮੋਟਰ ਤੇ ਹਾਲੇ ਲੋਡ ਨਹੀਂ ਪਾਇਆ, ਐਟ ਨੋ ਲੋਡ ਹੀ ਕੰਸੀਡਰ ਕਰ ਰਹੇ ਹਾਂ। ਇਜ਼ ਇਟ ਓਕੇ? ਹੁਣ ਆਪਾਂ ਦੇਖੀਏ ਵੀ ਜੇ ਮੋਟਰ ਤੇ ਲੋਡ ਪਾਈਏ ਫਿਰ ਕੀ ਹੋਏਗਾ, ਵਾਟ ਹੈਪਨਸ। ਹੁਣ ਤੱਕ ਆਪਾਂ ਨੇ ਦੇਖਿਆ ਜੇ ਮੋਟਰ ਨੋ ਲੋਡ ਤੇ ਚੱਲ ਰਹੀ ਹੈ ਤਾਂ ਵੋਲਟੇਜ ਤੇ EMF 180 ਡਿਗਰੀ ਤੋਂ ਘੱਟ ਐਂਗਲ ਤੇ ਨੇ ਇੱਕ ਦੂਜੇ ਦੇ ਨਾਲ, ਰਿਜ਼ਲਟੈਂਟ EMF ER ਇੱਕ ਸਾਡੇ ਕੋਲੇ ਆ ਗਿਆ। ਇਹਦੇ ਕਰਕੇ ਕਰੰਟ ਮੋਟਰ ਡਰਾ ਕਰੇਗੀ I0, ਜਿਹੜਾ ਲੈਗ ਕਰੇਗਾ 90 ਡਿਗਰੀ ER ਤੋਂ, ਔਰ ਵੋਲਟੇਜ ਤੋਂ φ0 ਐਂਗਲ ਨਾਲ ਲੈਗ ਕਰੇਗਾ। नो लोड ਪਾਵਰ ਫੈਕਟਰ ਐਂਗਲ ਕਹਾਂਗੇ ਇਸ ਨੂੰ। ਇਜ਼ ਇਟ ਓਕੇ? ਇਹ ਦੋਨਾਂ ਐਂਗਲਾਂ ਦਾ ਡਿਫਰੈਂਸ ਸਮਝ ਲਓ। ਆ ਐਂਗਲ ਜਿਹੜਾ φ0 ਹੈ ਇਹ ਹੈ ਪਾਵਰ ਫੈਕਟਰ ਐਂਗਲ, ਜਿਹੜਾ ਡੈਲਟਾ 0 ਹੈ ਇਹਨੂੰ ਕਹਿੰਦੇ ਆ ਲੋਡ ਐਂਗਲ, ਔਰ ਜਿਹੜਾ ਇਹ ਐਂਗਲ ਹੈ ER ਔਰ ਥੀਟੇ ਦੇ I0 ਦੇ ਵਿੱਚ ਇਹਨੂੰ ਥੀਟਾ ਨਾਲ ਰਿਪਰੈਜ਼ੈਂਟ ਕਰਦੇ ਆ, ਲਿਖਿਆ ਥੀਟਾ ਇਜ਼ tan ਇਨਵਰਸ XS/R। ਇਸ ਐਂਗਲ ਦਾ ਤਕਰੀਬਨ ਕਿੰਨਾ ਹੁੰਦਾ? ਇਹ 90 ਡਿਗਰੀ ਹੈ, ਯਾਦ ਰੱਖਣਾ ਇਹ ਐਂਗਲ ਹਮੇਸ਼ਾ 90 ਡਿਗਰੀ ਹੁੰਦਾ। ਜੇ ਇਹਦਾ ਮਤਲਬ ਹੈ ER ਇੱਥੇ ਦੀ ਜਗ੍ਹਾ ਤੇ ਇੱਥੇ ਆ ਜਾਏ ਇਸ ਜਗ੍ਹਾ ਤੇ, ਤਾਂ ਫਿਰ ਕਰੰਟ ਵੀ ਸਾਡਾ ਨੀਚੇ ਚਲਾ ਜਾਏਗਾ, ਜ਼ਿਆਦਾ ਲੈਗਿੰਗ ਹੋ ਜਾਏਗਾ, ਕਿਉਂਕਿ ਉਹਨੇ 90 ਡਿਗਰੀ ਤੇ ਰਹਿਣਾ। ਜੇ ER ਦੀ ਪੋਜੀਸ਼ਨ ਸ਼ਿਫਟ ਹੁੰਦੀ ਹੈ ਕਰੰਟ ਦੀ ਵੀ ਸ਼ਿਫਟ ਹੋਏ, ਉਹ ਆਪਾਂ ਅਗਲੇ ਨੈਕਸਟ ਸਲਾਈਡ ਦੇ ਉੱਤੇ ਦੇਖਦੇ ਹਾਂ ਕਿ ਜਦੋਂ ਮੋਟਰ ਦੇ ਉੱਤੇ ਅਸੀਂ ਲੋਡ ਪਾ ਦਿੱਤਾ, ਹੁਣ ਮੋਟਰ ਲੋਡਡ ਹੈ, ਐਟ ਲੋਡ ਰੋਟਰ ਪੋਲ ਕੀ ਹੋਣਗੇ? ਹੋਰ ਥੋੜੇ ਜਿਹੇ ਪਿੱਛੇ ਰਹਿਣ ਦੀ ਕੋਸ਼ਿਸ਼ ਕਰਨਗੇ। ਇਸ ਗੱਲ ਦੀ ਸਮਝ ਆਉਂਦੀ ਹੈ ਜੀ ਕਿਉਂ ਪਿੱਛੇ ਰਹਿਣਗੇ ਇਹ? ਹਾਂ, ਕਿਉਂ ਰਹਿਣਗੇ ਦੱਸੋ? ਜੇ ਪਹਿਲਾਂ ਐਂਗਲ ਡੈਲਟਾ 0 ਸੀ, ਹੁਣ ਡੈਲਟਾ ਹੋ ਜਾਏਗਾ, ਪਹਿਲਾਂ ਨਾਲੋਂ ਜ਼ਿਆਦਾ ਹੋ ਜਾਏਗਾ, ਕਿਉਂ? ਹਾਂ, ਅਲਾਈਨਮੈਂਟ ਕਰਕੇ ਰੋਟੇਟ ਹੁੰਦਾ। ਠੀਕ ਹੈ, ਤਾਂ ਹੁਣ ਇਹ ਗੱਲ ਨੂੰ ਸਮਝਣਾ ਆਪਾਂ ਨੇ, ਜਿਹੜੀਆਂ ਮੈਗਨੈਟਿਕ ਲਾਈਨਸ ਨੇ ਨਾ, ਜੇ ਉਹਦੇ ਕਰੈਕਟਰਿਸਟਿਕ ਆਪਾਂ ਪਿਛਲੇ ਸਮੈਸਟਰ ਦੇ ਵਿੱਚ ਵੀ ਪੜ੍ਹੇ ਸੀ DC ਮਸ਼ੀਨਾਂ ਦੇ ਵਿੱਚ ਵੀ, ਉਹਦੇ 'ਚ ਕੀ ਹੁੰਦੀਆਂ ਨੇ? ਮੈਗਨੈਟਿਕ ਲਾਈਨਸ ਆਫ ਫੋਰਸ ਪਰਫੈਕਟ ਇਲਾਸਟਿਕ ਹੁੰਦੀਆਂ ਨੇ, ਪਰਫੈਕਟ ਇਲਾਸਟਿਕ ਹੁੰਦੀਆਂ ਨੇ, ਜਿੰਨੀਆਂ ਮਰਜ਼ੀ ਲੰਬੀਆਂ ਕਰ ਲਓ ਇਹਨੂੰ, ਜਿੰਨੀਆਂ ਮਰਜ਼ੀ ਛੋਟੀਆਂ ਕਰ ਲਓ, ਪਰ ਇਹ ਛੋਟੀਆਂ ਰਹਿਣ ਦੀ ਟਰਾਈ ਕਰਦੀਆਂ, ਠੀਕ ਹੈ, ਸਮੌਲ ਰਹਿਣ ਦੀ ਟਰਾਈ ਕਰਦੀਆਂ ਨੇ। ਤਾਂ ਜਦੋਂ ਆਪਾਂ ਲੋਡ ਪਾਵਾਂਗੇ ਹੁੰਦਾ ਕੀ ਹੈ, ਉਹਨੂੰ ਸਮਝਣ ਲਈ ਆਪਾਂ ਇੱਕ ਡਿਫਰੈਂਟ ਵੇ ਨਾਲ ਸਮਝਦੇ ਹਾਂ। ਤਾਂ ਮੰਨ ਲਓ ਵੀ ਸਾਡੇ ਕੋਲੇ ਇੱਕ ਸਾਡੇ ਕੋਲੇ ਆਹ
ਟਰੈਕਟਰ ਹੈ, ਇਹਦੇ ਪਿੱਛੇ ਟਰਾਲੀ ਲਗਾਈ ਹੋਈ ਆਪਾਂ। ਆ ਜਿਹੜਾ ਵਿਚਕਾਰ ਟੋਚਨ ਪਾਇਆ ਹੋਇਆ ਨਾ, ਲਿੰਕ ਜਿਹੜਾ ਹੈਗਾ ਮੋਟਰ ਟਰੈਕਟਰ ਔਰ ਟਰਾਲੀ ਦੇ ਵਿੱਚ, ਇਹ ਮੰਨ ਲਓ ਇਲਾਸਟਿਕ ਦਾ ਹੋਵੇ, ਟਿਊਬ ਪਾ ਲਈ ਆਪਾਂ ਨੇ ਸਾਈਕਲ ਦੀ ਕੱਢ ਕੇ, ਤਾਂ ਕੀ ਹੋਏਗਾ, ਜੇ ਟਰਾਲੀ ਖਾਲੀ ਹੈ ਤਾਂ ਇਹ ਟਿਊਬ ਘੱਟ ਲੰਬੀ ਹੋ ਕੇ ਚੱਲੀ ਜਾਏਗੀ ਟਰੈਕਟਰ ਦੇ ਪਿੱਛੇ। ਜੇ ਟਰਾਲੀ ਦੇ ਵਿੱਚ ਲੋਡ ਪਾ ਦਈਏ ਕੋਈ, ਫੇਰ ਆ ਲਿੰਕ ਲੰਮਾ ਹੋ ਜਾਏਗਾ, ਚੱਲੇਗਾ 19 ਸਪੀਡ ਤੇ, ਹੈ ਨਾ, ਚੱਲੇਗਾ 19 ਸਪੀਡ ਤੇ ਜਿੰਨੇ ਟਰੈਕਟਰ ਜਾਏਗਾ ਟਰਾਲੀ, ਲੇਕਿਨ ਇਹ ਲਿੰਕ ਲੰਬਾ ਹੋ ਜਾਏਗਾ ਇਲਾਸਟਿਕ ਦਾ, ਠੀਕ ਹੈ। ਹੋਰ ਜ਼ਿਆਦਾ ਲੋਡ ਪਾ ਦਾਂਗੇ ਟਰਾਲੀ ਦੇ ਉੱਤੇ, ਇਹ ਲਿੰਕ ਹੋਰ ਲੰਬਾ ਹੋ ਜਾਏਗਾ। ਪਰ ਆਮ ਕਰਕੇ ਤਾਂ ਲੋਹੇ ਦਾ ਹੁੰਦਾ, ਇਹ ਲੰਬਾ ਨਹੀਂ ਹੁੰਦਾ, ਪਰ ਆਪਾਂ ਸਮਝਣ ਲਈ ਸੋਚ ਰਹੇ ਹਾਂ ਵੀ ਜੇ ਇੱਥੇ ਇਲਾਸਟਿਕ ਪਾ ਲਈਏ ਆਪਾਂ ਤਾਂ ਉਹ ਲਿੰਕ ਲੰਬਾ ਹੁੰਦਾ ਜਾਏਗਾ, ਸਪੀਡ ਸੇਮ ਰਹੇਗੀ। ਇੱਥੇ ਵੀ ਕੀ ਹੈ, ਜਦੋਂ ਅਸੀਂ ਮੋਟਰ ਦੇ ਉੱਤੇ ਲੋਡ ਪਾਉਂਦੇ ਆ ਤਾਂ ਜਿਹੜੀਆਂ ਮੈਗਨੈਟਿਕ ਲਾਈਨਸ ਆਫ ਫੋਰਸ ਨੇ ਉਹੀ ਅਟਰੈਕਟ ਕਰਾਉਂਦੀਆਂ ਨੇ ਨਾ ਸਟੇਟਰ ਫੀਲਡ ਨੂੰ ਰੋਟਰ ਫੀਲਡ ਦੇ ਨਾਲ, ਤਾਂ ਉਹ ਵੀ ਲੌਂਗ ਹੋ ਜਾਂਦੀਆਂ, ਤਾਂ ਰੋਟਰ ਥੋੜਾ ਜਿਹਾ ਪਿੱਛੇ ਰਹਿੰਦਾ। ਫਿਰ ਇਜ ਇਟ ਓਕੇ, ਇਹ ਐਂਗਲ ਫਿਰ ਇਨਕਰੀਜ਼ ਹੋ ਜਾਂਦਾ, ਡੈਲਟਾ। ਸਮਝ ਆਈ ਗੱਲ ਦੀ? ਹੁਣ ਜੇ ਆਪਾਂ ਹੋਰ ਐਕਸਟ੍ਰੀਮ ਕੇਸ ਲਈਏ ਵੀ ਆਪਾਂ ਲੋਡ ਬਹੁਤ ਜ਼ਿਆਦਾ ਪਾ ਦਈਏ ਟਰਾਲੀ ਦੇ, ਭਰ ਦਈਏ ਇਹਨੂੰ ਜ਼ਿਆਦਾ ਹੀ, ਬਹੁਤ ਐਕਸਟਰਨਲ ਲੋਡ ਪਾ ਦਈਏ, ਫਿਰ ਕੀ ਹੋਏਗਾ, ਆ ਟਿਊਬ ਟੁੱਟ ਜਾਏਗੀ। ਇੱਕ ਲਿਮਿਟ ਤੱਕ ਲੰਬੀ ਹੋਏਗੀ, ਫਿਰ ਕੀ ਹੋਏਗਾ, ਜਦੋਂ ਇਲਾਸਟਿਕ ਲਿਮਿਟ ਉਹਦੀ ਖਤਮ ਹੋ ਗਈ ਫਿਰ ਉਹ ਟੁੱਟ ਜਾਏਗੀ। ਇਸੇ ਤਰ੍ਹਾਂ ਮੋਟਰ 'ਚ ਹੁੰਦਾ ਹੈ ਵੀ ਇੱਕ ਲਿਮਿਟ ਤੱਕ ਤਾਂ ਲੋਡ ਪਾਵਾਂਗੇ, ਮੋਟਰ ਉਸੇ ਸਪੀਡ ਤੇ ਚੱਲਦੀ ਰਹੇਗੀ। ਪਰ ਜੇ ਉਹਦੇ ਲੋਡ ਤੋਂ, ਉਹਦੀ ਕਪੈਸਿਟੀ ਤੋਂ ਜ਼ਿਆਦਾ ਲੋਡ ਅਸੀਂ ਪਾ ਦੇਵਾਂਗੇ, ਫਿਰ ਕੀ ਹੋਏਗਾ, ਮੋਟਰ ਦਾ ਵੀ ਲਿੰਕ ਟੁੱਟ ਜਾਏਗਾ ਔਰ ਉਹ ਟਾਰਕ ਜਿਹੜੀ ਉਹਦੇ 'ਚ ਜ਼ੀਰੋ ਹੋ ਜਾਏਗੀ ਔਰ ਮੋਟਰ ਸਟਾਪ ਕਰ ਜਾਏਗੀ। ਉਹਨੂੰ ਕਹਿੰਦੇ ਪੁੱਲ ਆਊਟ ਆਫ ਸਿੰਕਰੋਨਿਜ਼ਮ, ਦਾ ਮੋਟਰ ਇਜ਼ ਪੁੱਲਡ ਆਊਟ ਆਫ ਸਿੰਕਰੋਨਿਜ਼ਮ। ਇਜ਼ ਇਟ ਓਕੇ? ਇਹਨੂੰ, ਇਸ ਗੱਲ ਨੂੰ ਸਮਝ ਲੈਣਾ ਹੈ, ਇਸ ਮੋਟਰ ਨੇ ਲੋਡ ਦੇ ਨਾਲ ਸਪੀਡ ਚੇਂਜ ਨਹੀਂ ਕਰਨੀ। ਆਮ ਮੋਟਰਾਂ ਹੁੰਦੀਆਂ ਜਿੰਨਾ ਲੋਡ ਵਧਾਉਂਦੇ ਆ ਸਪੀਡ ਘਟਦੀ ਹੈ, ਇਹਦੇ ਵਿੱਚ ਕੀ ਹੈ, ਲੋਡ ਪਾਉਣ ਦੇ ਨਾਲ ਲੋਡ ਐਂਗਲ ਡੈਲਟਾ ਦਾ ਚੇਂਜ ਹੁੰਦਾ, ਪਰ ਸਪੀਡ ਉਨੀ ਹੋ ਰਹਿੰਦੀ ਹੈ। ਕਿਉਂਕਿ ਨਾਰਥ ਸਾਊਥ ਦੇ ਵਿੱਚ ਲੌਕਿੰਗ ਜ਼ਰੂਰੀ ਹੈ, ਸਾਨੂੰ ਦੋਨੋਂ ਜੁੜੇ ਨਾਲ ਨਾਲ ਚੱਲਣਗੇ ਤਾਂ ਹੀ ਟਾਰਕ ਪ੍ਰੋਡਿਊਸ ਹੋਏਗੀ। ਅੱਧਾ ਆਰਪੀਐਮ ਵੀ ਪਿੱਛੇ ਨਹੀਂ ਰਹਿ ਸਕਦਾ ਰੋਟਰ ਸਟੇਟਰ ਤੋਂ, ਫਿਰ ਤਾਂ ਅਟਰੈਕਸ਼ਨ ਨਹੀਂ ਰਹਿਣੀ, ਫਿਰ ਤਾਂ ਜ਼ੀਰੋ ਹੋ ਜਾਏਗੀ ਟਾਰਕ, ਠੀਕ ਹੈ। ਤਾਂ ਇਸ ਕਰਕੇ ਲੋਡ ਜਿੰਨਾ ਮਰਜ਼ੀ ਮੋਟਰ ਦੇ ਉੱਤੇ ਪਾਈ ਜਾਈਏ, ਯਾਦ ਰੱਖਣਾ ਇਹਦੀ ਸਪੀਡ ਕੀ ਰਹੇਗੀ, ਕੌਨਸਟੈਂਟ। ਪਰ ਕਦੋਂ ਤੱਕ, ਇੱਕ ਲਿਮਿਟ ਤੱਕ, ਜੇ ਉਸ ਤੋਂ ਜ਼ਿਆਦਾ ਲੋਡ ਪਾ ਦਾਂਗੇ ਤਾਂ ਫਿਰ ਸਾਡੀ ਮੋਟਰ ਸਟਾਪ ਕਰ ਜਾਏ। ਗੱਲ ਸਮਝ ਆ ਗਈ ਹੈ ਕਿ ਨਹੀਂ? ਓਕੇ, ਅੱਛਾ। ਟਾਰਕ ਐਂਗਲ ਡੈਲਟਾ ਇਨਕਰੀਜ਼ ਹੋ ਜਾਂਦਾ ਹੈ, ਡੈਲਟਾ 0 ਟੂ ਡੈਲਟਾ, ਕਾਹਦੇ ਨਾਲ, ਲੋਡ ਪਾਉਣ ਦੇ ਨਾਲ। ਉਹਦੇ ਨਾਲ ਫਿਰ ਕੀ, ਇੱਥੇ ਜੇ ਡੈਲਟਾ ਹੁਣ ਪਹਿਲਾਂ ਆਪਣੇ ਕੋਲੇ ਸੀਗਾ ਘੱਟ, ਇਸ ਜਗ੍ਹਾ ਤੇ ਸੀ EMF ਆਪਣਾ, ਤਾਂ ਰਿਜ਼ਲਟੈਂਟ ਇੱਥੇ ਕੁ ਬਣਿਆ ਸੀ ਆਪਣਾ ER। ਹੁਣ ਕਿਉਂਕਿ ਡੈਲਟਾ ਵੱਧ ਗਿਆ ਤਾਂ ਆਹੀ E ਸ਼ਿਫਟ ਹੋ ਕੇ ਇੱਥੋਂ ਇੱਥੇ ਚਲੀ ਗਈ, ਤਾਂ ਹੁਣ ਕੀ ਹੋ ਗਿਆ, ਰਿਜ਼ਲਟੈਂਟ ਵੀ ਇਹਦਾ ਫਿਰ ਪਹਿਲਾਂ ਨਾਲੋਂ ਵੱਡਾ ਵੀ ਹੋ ਗਿਆ, ਹੈ ਨਾ, ਤੇ ਰਾਈਟ ਸਾਈਡ ਤੇ ਨੂੰ ਸ਼ਿਫਟ ਵੀ ਕਰ ਗਿਆ, ਠੀਕ ਹੈ, ਰਾਈਟ ਸਾਈਡ ਤੇ ਨੂੰ ਸ਼ਿਫਟ ਵੀ ਕਰ ਗਿਆ। ਇਹਨੂੰ ਜੇ ਆਪਾਂ ਉਸ ਡਾਇਗਰਾਮ ਨੂੰ ਇਹਦੇ ਉੱਪਰ ਹੀ ਡਰਾ ਕਰਕੇ ਦੇਖੀਏ, ਪਹਿਲਾਂ ਆਪਣੇ ਕੋਲੇ E ਸੀਗਾ ਇਹ ਇੱਥੇ, ਹੈ ਨਾ, ਇਹਦਾ ਜਦੋਂ ਇੱਧਰ ਨੂੰ ਬਣਾਉਂਦੇ ਸੀ ਆਪਾਂ, ਇੱਥੇ ਆਉਂਦਾ ਸੀ, ਆਹ ਲਾਈਨ ਇਹਦੇ ਪੈਰਲਲ ਆਹ ਰਿਜ਼ਲਟੈਂਟ ਬਣਦਾ ਸੀ, ਹੈ ਨਾ, ER ਆਪਣਾ ਇਹ ਇੱਥੇ ਕੁ ਬਣਦਾ ਸੀਗਾ, ਆਹ ਜਗ੍ਹਾ ਇਸ ਜਗ੍ਹਾ ਤੇ ਬਣਦਾ ਸੀ ਆਪਣਾ, ਠੀਕ ਹੈ। ਹੁਣ E ਇੱਥੋਂ ਇਸ ਜਗ੍ਹਾ ਤੋਂ E ਸਾਡਾ ਇੱਧਰ ਨੂੰ ਵੀ ਸ਼ਿਫਟ ਕਰ ਗਿਆ, ਥੋੜਾ ਜਿਹਾ ਐਂਗਲ ਵੀ ਹੋ ਗਿਆ ਇਹਦਾ, ਤੇ ਇਹਦਾ ਮੈਗਨੀਟਿਊਡ ਵੀ ਇੰਨਾ ਕੁ ਸੀਗਾ ਪਹਿਲਾਂ, ਹੁਣ ਇੰਨਾ ਜ਼ਿਆਦਾ ਹੋ ਗਿਆ। ER ਇਨਕਰੀਜ਼ ਵੀ ਹੋ ਗਿਆ, ਸ਼ਿਫਟ ਵੀ ਹੋ ਗਿਆ, ਇਹ ਦੋ ਚੀਜ਼ਾਂ ਯਾਦ ਰੱਖਣੀਆਂ। ਜੇ ER ਇਨਕਰੀਜ਼ ਹੋ ਗਿਆ ਤਾਂ ਨੈਚੁਰਲੀ ਫਿਰ ਕਰੰਟ ਇਨਕਰੀਜ਼ ਹੋ ਜਾਏਗਾ, ਕਰੰਟ ਇਜ਼ ER ਓਵਰ ZS, ਕਰੰਟ ਵੀ ਇਨਕਰੀਜ਼ ਹੋ ਜਾਏਗਾ। ਦੂਜਾ ਜਿਹੜਾ ਆ, ਜੇ ਇੱਥੋਂ ਸ਼ਿਫਟ ਕਰਕੇ ਆਪਾਂ ER ਆਪਣਾ ਇੱਧਰ ਨੂੰ ਸ਼ਿਫਟ ਕਰ ਗਿਆ ਤਾਂ ਐਂਗਲ ਕਰੰਟ ਦਾ ਵੀ, ਪਹਿਲਾਂ φ 0 ਸੀਗਾ, ਹੁਣ ਇਹ ਥੋੜਾ ਜਿਹਾ ਵੱਡਾ ਹੋ ਗਿਆ, φ ਤੋਂ ਥੋੜਾ ਜਿਹਾ ਬੜਾ ਹੋ ਜਾਏਗਾ ਐਂਗਲ। ਇਜ਼ ਇਟ ਓਕੇ? ਤਾਂ ਜਿਹੜਾ ਇਹਦਾ ਮਤਲਬ ਹੈ, ਲੋਡ ਪਾਉਣ ਦੇ ਨਾਲ ਮੋਟਰ ਦਾ ਪਾਵਰ ਫੈਕਟਰ ਕੀ ਹੁੰਦਾ ਹੈ, ਮੋਰ ਲੈਗਿੰਗ ਬਣ ਜਾਂਦਾ। ਇਜ਼ ਇਟ ਓਕੇ?
ਤਾਂ ਸਿੰਕਰੋਨਸ ਮੋਟਰ ਕਿੰਨਾ ਪਾਵਰ ਸਪਲਾਈ ਕਰਦੀ ਹੈ ਆਪਣੀ, ਜਿਹੜਾ ਮੋਟਰ ਦੇ ਉੱਤੇ ਲੋਡ ਅਸੀਂ ਇਨਕਰੀਜ਼ ਕਰਦੇ ਹਾਂ ਉਹ ਕਿੱਥੋਂ ਸਪਲਾਈ ਹੁੰਦਾ ਹੈ? ਪਾਵਰ ਟੂ ਇਨਕਰੀਜ਼ ਮਕੈਨੀਕਲ ਲੋਡ ਬਾਈ ਸ਼ਿਫਟਿੰਗ ਦਾ ਪੋਜੀਸ਼ਨ ਆਫ ਰੋਟਰ ਪੋਲਸ ਵਿਦ ਰਿਸਪੈਕਟ ਟੂ ਸਟੇਟਰ ਫੀਲਡ ਵਾਈਲ ਦਾ ਸਪੀਡ ਰਿਮੇਨਸ ਕਾਂਸਟੈਂਟ। ਇਹ ਜਿਹੜਾ ਸ਼ਿਫਟ ਹੁੰਦਾ ਉਹਦੇ ਨਾਲ ਕੀ ਇਨਕਰੀਜ਼ ਹੁੰਦਾ ਹੈ? ਐਂਗਲ ਡੈਲਟਾ। ਇਸ ਕਰਕੇ ਐਂਗਲ ਡੈਲਟੇ ਨੂੰ ਅਸੀਂ ਕੀ ਕਹਿੰਦੇ ਫਿਰ? ਲੋਡ ਐਂਗਲ। ਓਕੇ, ਹੁਣ ਜੇ ਫਰਦਰ ਇਨਕਰੀਜ਼ ਕਰ ਦਈਏ, ਲੋਡ ਨੂੰ ਹੋਰ ਜ਼ਿਆਦਾ ਇਨਕਰੀਜ਼ ਕਰਦੀ ਜਾਈਏ, ਈ ਹੋਰ ਫਾਲ ਬੈਕ ਕਰ ਜਾਏਗਾ, ਡੈਲਟਾ ਹੋਰ ਇਨਕਰੀਜ਼ ਹੋ ਜਾਏਗਾ, ਪਰ ਇਹਦੀ ਲਿਮਿਟ ਹੈ 90 ਡਿਗਰੀ ਤੱਕ ਹੋ ਸਕਦਾ ਹੈ ਮੈਕਸਿਮਮ, ਰਾਈਟ। ਜੇ 90 ਡਿਗਰੀ ਤੋਂ ਜ਼ਿਆਦਾ ਹੋ ਜਾਏਗਾ ਫਿਰ ਕੀ ਹੋਏਗਾ? ਰਿਜ਼ਲਟੈਂਟ ਵੋਲਟੇਜ ਐਂਡ ਹੈਂਸ ਦਾ ਕਰੰਟ ਇਨਕਰੀਜ਼ ਕਰੇਗਾ, ਠੀਕ ਹੈ। ਜਿੰਨਾ ਜਿੰਨਾ ਐਂਗਲ ਵੱਧਦਾ ਜਾਏਗਾ ਉਹਨਾਂ ਰਿਜ਼ਲਟੈਂਟ EMF ER ਤੇ I ਇਨਕਰੀਜ਼ ਹੁੰਦਾ ਜਾਏਗਾ, ਪਾਵਰ ਫੈਕਟਰ ਜ਼ਿਆਦਾ ਲੈਗਿੰਗ ਹੁੰਦਾ ਜਾਏਗਾ ਤੇ ਸੇਮ ਇਨਕਰੀਜ਼ ਹੁੰਦਾ ਜਾਏਗਾ, ਦੋਨੋਂ ਚੀਜ਼ਾਂ। ਪਾਵਰ ਫੈਕਟਰ ਵੀ ਪੂਅਰ ਹੋ ਰਿਹਾ, ਕਰੰਟ ਇਨਕਰੀਜ਼ ਹੋ ਰਿਹਾ, ਠੀਕ ਹੈ, ER ਵੀ ਇਨਕਰੀਜ਼ ਹੋ ਰਿਹਾ। ਇਹ ਤਿੰਨ ਚੀਜ਼ਾਂ ਹੋ ਰਹੀਆਂ ਡੈਲਟਾ ਇਨਕਰੀਜ਼ ਹੋਣ ਨਾਲ। ਪਰ ਜੇ ਬਹੁਤ ਜ਼ਿਆਦਾ ਹੀ ਲੋਡ ਪਾ ਲਈਏ ਅਸੀਂ, ਇਫ ਟੂ ਗ੍ਰੇਟ ਲੋਡ ਇਜ਼ ਅਪਲਾਈਡ, ਫਿਰ ਰੋਟਰ ਪੁੱਲ ਆਊਟ ਆਫ ਸਿੰਕਰੋਨਿਜ਼ਮ ਹੋ ਜਾਂਦਾ, ਮੋਟਰ ਸਟਾਪ ਕਰ ਜਾਂਦੀ। ਪੁੱਲ ਆਊਟ ਟਾਰਕ ਕਿਹਨੂੰ ਕਹਿੰਦੇ ਨੇ? ਜਿਹੜੀ ਮੈਕਸਿਮਮ ਟਾਰਕ ਡਿਵੈਲਪਡ ਬਾਈ ਇਹ ਮੋਟਰ ਵਿਦਾਊਟ ਲੂਜ਼ਿੰਗ ਸਿੰਕਰੋਨਿਜ਼ਮ। ਇਹ ਸਿੰਕਰੋਨਸ ਸਪੀਡ ਤੇ ਚੱਲ ਰਹੀ ਮੋਟਰ, ਚੱਲਦੀ ਉੱਥੋਂ ਤੱਕ ਹੈ। ਇਹ ਮੋਟਰ ਦਾ ਕਰੈਕਟਰਿਸਟਿਕ ਸਪੈਸ਼ਲ ਇਹ ਲਾਸਟ ਤੇ ਲਿਖਿਆ ਹੈ, ਆਈਦਰ ਇਟ ਰਨਸ ਐਟ ਸਿੰਕਰੋਨਸ ਸਪੀਡ ਔਰ ਸਟਾਪਸ। ਦੋ ਹੀ ਕੰਡੀਸ਼ਨਾਂ ਨੇ, ਵਿਚਾਲੇ ਦੀ ਸਪੀਡ ਨਹੀਂ ਕੋਈ ਆਉਂਦੀ। ਜਾਂ ਮੋਟਰ ਸਿੰਕਰੋਨਸ ਸਪੀਡ ਤੇ ਚੱਲੇਗੀ ਜਾਂ ਰੁਕ ਜਾਏਗੀ। ਰੁਕੇਗੀ ਕਿੱਥੇ ਜਾ ਕੇ? ਜਿੱਥੇ ਪੁੱਲ ਆਊਟ ਟਾਰਕ ਦੇ ਬਰਾਬਰ ਟਾਰਕ ਆ ਗਈ। ਜਿੱਥੇ ਟਾਰਕ ਸਾਡੀ ਪੁੱਲ ਆਊਟ ਟਾਰਕ ਦੇ ਬਰਾਬਰ ਆ ਗਈ, ਉੱਥੇ ਜਾ ਕੇ ਮੋਟਰ ਨੇ ਸਾਡੀ ਨੇ ਸਟਾਪ ਕਰ ਜਾਣਾ, ਠੀਕ ਹੈ। ਇਹਦੇ ਵਿੱਚੋਂ ਕੋਈ ਕੁਐਸਚਨ ਦਿਮਾਗ 'ਚ ਆ ਰਿਹਾ? ਨਹੀਂ, ਅੱਛਾ। ਅੱਜ ਮੋਟਰ ਦੇ ਆਪਾਂ ਸਿੰਕਰੋਨਸ ਮੋਟਰ ਦੇ ਕਿਹੜੇ ਕਿਹੜੇ ਕਰੈਕਟਰਿਸਟਿਕ ਆਪਾਂ ਸਮਝੇ ਆ, ਕੀ ਕੀ ਖਾਸ ਚੀਜ਼ਾਂ ਮੋਟਰ ਬਾਰੇ ਬੋਲੋ। ਓਕੇ, ਠੀਕ ਹੈ, ਇੱਕ ਇਹ ਹੋ ਗਿਆ। ਹੋਰ ਕੀ ਹੈ? ਹੂੰ ਹੂੰ ਲੋਡ ਦਾ ਮਤਲਬ ਕਰੰਟ ਇਨਕਰੀਜ਼ ਹੋਏਗਾ, ਕਰੰਟ ਇਨਕਰੀਜ਼ ਹੋਏਗਾ ਤੇ ਪਾਵਰ ਫੈਕਟਰ ਦਾ ਐਂਗਲ ਇਨਕਰੀਜ਼ ਹੋਏਗਾ। ਬਿਲਕੁਲ ਠੀਕ ਹੈ, ਸ਼ਾਬਾਸ਼। ਹੋਰ? ਬੰਦ ਕਰ ਦੇ, ਸਟਾਪ ਕਰ ਦੇਗੀ, ਠੀਕ ਹੈ। ਠੀਕ ਹੈ। ਤੇ ਜਿਹੜੀ ਸਟਾਰਟਿੰਗ ਟਾਈਮ ਤੇ ਟਾਰਕ ਨਹੀਂ ਹੈ ਉਹ ਵੀ ਯਾਦ ਰੱਖਣਾ, ਦੇयर इज नो ਸਟਾਰਟਿੰਗ ਟਾਰਕ, ਠੀਕ ਹੈ। देयर इज नो ਸਟਾਰਟਿੰਗ ਟਾਰਕ। ਇਹ ਮੋਟਰ ਦੇ ਸਪੈਸ਼ਲ ਕਰੈਕਟਰਿਸਟਿਕ ਨੇ ਆਮ ਮੋਟਰਾਂ ਨਾਲੋਂ। ਸੈਲਫ ਸਟਾਰਟਿੰਗ ਨਹੀਂ ਹੈ, ਚੱਲਦੀ ਹੈ ਜਦੋਂ ਤਾਂ ਸਿੰਕਰੋਨਸ ਸਪੀਡ ਤੇ ਚੱਲਦੀ ਹੈ, ਲੋਡ ਦੇ ਨਾਲ ਸਪੀਡ ਚੇਂਜ ਨਹੀਂ ਕਰਦੀ, ਬਿਲਕੁਲ ਕਾਂਸਟੈਂਟ ਸਪੀਡ ਹੈ ਹਮੇਸ਼ਾ ਲਈ, ਠੀਕ ਹੈ। ਤੇ ਜੇ ਅਸੀਂ ਲੋਡ ਲਿਮਿਟ ਤੋਂ ਜ਼ਿਆਦਾ ਇਨਕਰੀਜ਼ ਕਰ ਦਈਏ ਤਾਂ ਫਿਰ ਮੋਟਰ ਸਟਾਪ ਕਰ ਜਾਂਦੀ। ਕੋਈ ਹੋਰ ਇਹਦੇ ਰਿਗਾਰਡਿੰਗ ਕੁਐਸਚਨ ਆ ਰਿਹਾ ਦਿਮਾਗ 'ਚ ਤਾਂ ਪੁੱਛੋ। ਕਿਸੇ ਦੇ ਹੋਰ ਵੀ ਬਾਕੀ ਵੀ ਬੈਠੇ ਵੀ ਸਾਰੇ, ਕੋਈ ਵੀ ਆਪਣਾ ਪੁੱਛ ਸਕਦਾ ਹੈ। ਐਨੀਬॉडी, ਮਾਈਕ ਔਨ ਕਰੋ ਹੁਣ ਆਪਣਾ। ਕਿਸੇ ਦੇ ਦਿਮਾਗ 'ਚ ਕੋਈ ਕੁਐਸਚਨ ਹੈ ਤਾਂ ਪੁੱਛੋ।